Dear students, welcome to Amrit Senior Secondary School's online classes. Welcome to SST class. Students, ਅੱਜ ਅਸੀਂ ਆਪਣੀ ਸਮਾਜੀ ਸਿੱਖਿਆ ਦੇ ਤੀਸਰੇ ਭਾਗ ਇਤਿਹਾਸ ਦੇ ਦੂਜੇ ਪਾਠ ਜਿਸ ਦਾ ਨਾਂ ਹੈ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਪੜ੍ਹ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਇਸ ਪਾਠ ਦੇ ਪਹਿਲੇ ਭਾਗਾਂ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਵਸਥਾ ਬਾਰੇ ਪੜ੍ਹਿਆ ਅਤੇ ਸਮਝਿਆ। ਅੱਜ ਅਸੀਂ ਇਸ ਪਾਠ ਦੇ ਅਗਲੇ ਟੌਪਿਕ ਸਮਾਜਿਕ ਅਵਸਥਾ ਵਿੱਚ ਮੁਸਲਮਾਨ ਸਮਾਜ ਦੀ ਸਮਾਜਿਕ ਅਵਸਥਾ ਵਿੱਚ ਅਮੀਰਾਂ ਅਤੇ ਸਰਦਾਰਾਂ ਅਤੇ ਉਲਮਾ ਅਤੇ ਸੈਯਦਾਂ ਬਾਰੇ ਪੜ੍ਹਾਂਗੇ, ਜੋ ਕਿ ਈ ਬੁੱਕ ਦੇ ਪੇਜ ਨੰਬਰ 12-13 'ਤੇ ਹੈ। ਆਓ ਪਾਠ ਪੜ੍ਹਨਾ ਸ਼ੁਰੂ ਕਰਦੇ ਹਾਂ। ਅੱਜ ਦਾ ਟੌਪਿਕ ਹੈ ਸਮਾਜਿਕ ਅਵਸਥਾ। ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਸਮਾਜ ਮੁੱਖ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ, ਮੁਸਲਿਮ ਸਮਾਜ ਅਤੇ ਹਿੰਦੂ ਸਮਾਜ। ਪਹਿਲੇ ਨੰਬਰ 'ਤੇ ਹੈ ਮੁਸਲਮਾਨਾਂ ਦੀ ਸਮਾਜਿਕ ਦਸ਼ਾ। ਸੋਸ਼ਲ ਕੰਡੀਸ਼ਨ ਆਫ ਦਾ ਮੁਸਲਿਮਸ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਵਿੱਚ ਮੁਸਲਮਾਨ ਹਾਕਮਾਂ ਦੀ ਸਰਕਾਰ ਸੀ। ਇਸ ਲਈ ਮੁਸਲਮਾਨ ਸਰਕਾਰ ਵਿੱਚ ਉੱਚੇ ਤੋਂ ਉੱਚਾ ਅਹੁਦਾ ਪ੍ਰਾਪਤ ਕਰਦੇ ਸਕਦੇ ਸਨ। ਉਹਨਾਂ ਨਾਲ ਆਦਰ ਭਰਪੂਰ ਸਲੂਕ ਹੁੰਦਾ ਸੀ। ਸਰਕਾਰੀ ਇਨਸਾਫ ਉਹਨਾਂ ਦੇ ਹੱਕ ਵਿੱਚ ਹੁੰਦਾ ਸੀ। ਉਸ ਸਮੇਂ ਦਾ ਮੁਸਲਿਮ ਸਮਾਜ 4 ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ: ਅਮੀਰ ਅਤੇ ਸਰਦਾਰ, ਉਲਮਾ ਅਤੇ ਸੈਯਦ, ਮੱਧ ਸ਼੍ਰੇਣੀ ਅਤੇ ਗੁਲਾਮ। ਸਭ ਤੋਂ ਪਹਿਲਾਂ ਅਮੀਰਾਂ ਅਤੇ ਸਰਦਾਰਾਂ ਬਾਰੇ ਪੜ੍ਹਦੇ ਹਾਂ। ਇਹ ਉੱਚੀ ਸ਼੍ਰੇਣੀ ਦੇ ਲੋਕ ਸਨ। ਇਹਨਾਂ ਨੂੰ ਉੱਚੀਆਂ ਪਦਵੀਆਂ ਮਿਲੀਆਂ ਹੋਈਆਂ ਸਨ। ਸਰਦਾਰਾਂ ਨੂੰ ਇਲਾਕਾ ਦਿੱਤਾ ਜਾਂਦਾ ਸੀ। ਉਸ ਇਲਾਕੇ ਦੇ ਭੂਮੀ ਘਰ ਨੂੰ ਉਹ ਖੁਦ ਉਗਰਾਉਂਦੇ ਸਨ। ਉਹ ਪੈਸਾ ਉਹ ਆਪਣੀਆਂ ਲੋੜਾਂ ਉੱਪਰ ਹੀ ਖਰਚ ਕਰਦੇ ਸਨ। ਸਰਦਾਰਾਂ ਦਾ ਕੰਮ ਮੁਹਿੰਮਾਂ ਵਿੱਚ ਹਿੱਸਾ ਲੈਣਾ ਸੀ। ਇਹ ਲੋਕ ਆਪਸ ਵਿੱਚ ਵੀ ਲੜਾਈਆਂ ਵਿੱਚ ਰੁੱਝੇ ਰਹਿੰਦੇ ਸਨ। ਇਹਨਾਂ ਦੀ ਰੁਚੀ ਦਿੱਲੀ ਸਰਕਾਰ ਤੋਂ ਆਜ਼ਾਦ ਹੋਣ ਦੀ ਹੀ ਹੁੰਦੀ ਸੀ। ਸਥਾਨਕ ਪ੍ਰਬੰਧ ਵਿੱਚ ਇਹ ਲੋਕ ਦਿਲਚਸਪੀ ਨਹੀਂ ਲੈਂਦੇ ਸਨ। ਇਹ ਵੱਡੀਆਂ ਵੱਡੀਆਂ ਹਵੇਲੀਆਂ ਵਿੱਚ ਰਹਿੰਦੇ ਸਨ। ਇੱਕ ਵਿਆਹ ਕਰਵਾਉਂਦੇ ਸਨ। ਇਹ ਮਰਦ ਅਤੇ ਤੀਵੀਆਂ ਨੂੰ ਨੌਕਰ ਰੱਖਦੇ ਸਨ, ਜਿਨ੍ਹਾਂ ਨੂੰ ਗੁਲਾਮ ਕਿਹਾ ਜਾਂਦਾ ਸੀ। ਅਮੀਰ ਹੋਣ ਕਰਕੇ ਇਹ ਲੋਕ ਐਸ਼ ਪ੍ਰਸਤ ਅਤੇ ਦੁਰਾਚਾਰੀ ਸਨ। ਆਓ ਇਸ ਟੌਪਿਕ ਨੂੰ ਵਿਸਤਾਰ ਦੇ ਨਾਲ ਸਮਝਦੇ ਹਾਂ। ਇਸ ਕਾਲ ਤੱਕ ਇਸਲਾਮ ਪੰਜਾਬ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਬਣ ਗਿਆ ਸੀ। ਇਸ ਖੇਤਰ ਦੀ ਰਾਜਨੀਤੀ, ਸਮਾਜ ਅਤੇ ਧਰਮਾਂ 'ਤੇ ਉਸ ਦਾ ਡੂੰਘਾ ਪ੍ਰਭਾਵ ਪਿਆ ਸੀ। ਪੰਜਾਬ ਵਿੱਚ ਇਸਲਾਮ ਦਾ ਪ੍ਰਵੇਸ਼ ਮਹਿਮੂਦ ਗਜ਼ਨਵੀ ਦੇ ਹਮਲਿਆਂ ਨਾਲ ਹੋਇਆ। ਗਜ਼ਨਵੀ ਦੇ ਨਾਲ ਆਏ ਮੁਸਲਮਾਨ ਸਿਪਾਹੀ, ਹਾਕਮ, ਵਿਦਵਾਨਾਂ, ਸਾਹਿਤਕਾਰਾਂ, ਬੁੱਧੀਮਾਨਾਂ ਅਤੇ ਧਾਰਮਿਕ ਪ੍ਰਚਾਰਕਾਂ ਨੇ ਪੰਜਾਬ ਨੂੰ ਆਪਣਾ ਘਰ ਬਣਾ ਕੇ ਇੱਥੇ ਆਪਣਾ ਵਸੇਬਾ ਕਰ ਲਿਆ। ਇਹਨਾਂ ਤੋਂ ਇਲਾਵਾ ਬਹੁਤ ਗਿਣਤੀ ਵਿੱਚ ਇੱਥੋਂ ਦੇ ਵਸਨੀਕਾਂ ਨੇ ਵੀ ਆਪਣੀ ਸਹਿਮਤੀ ਨਾਲ ਜਾਂ ਹਕੂਮਤ ਦੇ ਦਬਾਅ ਹੇਠ ਇਸਲਾਮ ਨੂੰ ਅਪਣਾ ਲਿਆ ਸੀ ਮੁਸਲਮਾਨ ਬਣ ਗਏ ਸਨ। ਇਸਲਾਮ ਧਰਮ ਦੀ ਨੁਮਾਇੰਦਗੀ ਮੁੱਖ ਤੌਰ 'ਤੇ ਸੁੰਨੀ ਅਤੇ ਸ਼ੀਆ ਸੰਪਰਦਾਇ ਕਰਦੇ ਸਨ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਸਮਾਜ ਦੋ ਮੁੱਖ ਰੂਪਾਂ ਵਿੱਚ ਵੰਡਿਆ ਹੋਇਆ ਸੀ: ਮੁਸਲਿਮ ਸਮਾਜ ਅਤੇ ਹਿੰਦੂ ਸਮਾਜ। ਮੁਸਲਿਮ ਸਮਾਜ ਵੀ ਅੱਗੇ 4 ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ: ਅਮੀਰ ਅਤੇ ਸਰਦਾਰ, ਉਲਮਾ ਅਤੇ ਸੈਯਦ, ਮੱਧ ਸ਼੍ਰੇਣੀ ਅਤੇ ਗੁਲਾਮ। ਸਭ ਤੋਂ ਪਹਿਲੀ ਸ਼੍ਰੇਣੀ ਹੈ ਅਮੀਰਾਂ ਅਤੇ ਸਰਦਾਰਾਂ ਦੀ। ਕਿਉਂਕਿ ਪੰਜਾਬ ਵਿੱਚ ਮੁਸਲਮਾਨ ਸ਼ਾਸਕਾਂ ਦੀ ਸਰਕਾਰ ਸੀ, ਇਸ ਲਈ ਮੁਸਲਮਾਨ ਸਰਕਾਰ ਵਿੱਚ ਉੱਚੀ ਤੋਂ ਉੱਚੀ ਪਦਵੀ ਪ੍ਰਾਪਤ ਕਰ ਸਕਦੇ ਸਨ। ਉਹਨਾਂ ਦਾ ਬੜਾ ਆਦਰ ਸਤਿਕਾਰ ਕੀਤਾ ਜਾਂਦਾ ਸੀ। ਅਸੀਂ ਆਪਣੇ ਪਿਛਲੇ ਭਾਗਾਂ ਵਿੱਚ ਦੌਲਤ ਖਾਂ ਲੋਧੀ, ਆਲਮ ਖਾਂ ਦੇ ਬਾਰੇ ਪੜ੍ਹਿਆ। ਇਹ ਲੋਧੀ ਸ਼ਾਸਨ ਕਾਲ ਦੇ ਸਰਦਾਰ ਸਨ। ਹੁਣ ਸਰਦਾਰ ਕੀ ਹੁੰਦੇ ਹਨ, ਮੈਂ ਤੁਹਾਨੂੰ ਆਸਾਨ ਤਰੀਕੇ ਦੇ ਨਾਲ ਸਮਝਾਉਂਦੀ ਹਾਂ। ਸਾਡੇ ਦੇਸ਼ ਵਿੱਚ ਤੁਸੀਂ ਜਾਣਦੇ ਹੀ ਹੋ ਕਿ ਸਾਡਾ ਪੂਰਾ ਦੇਸ਼ ਰਾਜਾਂ ਵਿੱਚ ਵੰਡਿਆ ਹੋਇਆ ਹੈ। ਹਰ ਰਾਜ ਦਾ ਸ਼ਾਸਨ ਇੱਕ ਮੁੱਖ ਮੰਤਰੀ ਚਲਾਉਂਦਾ ਹੈ ਅਤੇ ਸਾਡੇ ਕੇਂਦਰ ਦੀ ਸਰਕਾਰ, ਜੋ ਕਿ ਦਿੱਲੀ ਵਿੱਚ ਹੈ, ਅਲੱਗ ਤੋਂ ਇੱਕ ਸਰਕਾਰ ਹੁੰਦੀ ਹੈ। ਇਸੇ ਤਰ੍ਹਾਂ ਹੀ ਜਦੋਂ ਇੱਕ ਬਾਦਸ਼ਾਹ, ਰਾਜਾ, ਸੁਲਤਾਨ ਹੁੰਦੇ ਸਨ, ਉਹ ਦਿੱਲੀ ਦੇ ਤਖਤ ਉੱਤੇ ਬੈਠਦੇ ਸਨ। ਉਹ ਐਡੇ ਵੱਡੇ ਸਾਮਰਾਜ ਨੂੰ ਆਪ ਨਹੀਂ ਚਲਾ ਸਕਦੇ ਸਨ। ਇਸ ਲਈ ਉਹਨਾਂ ਨੇ ਆਪਣੇ ਸਾਮਰਾਜ ਦੀ ਦੇਖਭਾਲ ਕਰਨ ਦੇ ਲਈ ਅਲੱਗ-ਅਲੱਗ ਇਲਾਕਿਆਂ ਵਿੱਚ
ਅਲੱਗ-ਅਲੱਗ ਇਲਾਕਿਆਂ ਨੂੰ ਸਰਦਾਰਾਂ ਅਤੇ ਅਮੀਰਾਂ ਵਿੱਚ ਵੰਡਿਆ ਹੋਇਆ ਹੁੰਦਾ ਸੀ। ਹੁਣ ਇਹਨਾਂ ਸਰਦਾਰਾਂ ਨੂੰ ਉਹਨਾਂ ਇਲਾਕਿਆਂ ਦਾ ਭੂਮੀਕਰ ਮੀਨਸ ਟੈਕਸ, ਉਹ ਜੋ ਵੀ ਸਾਰਾ ਪੈਸਾ ਆਉਂਦਾ ਸੀ ਉਸ ਨੂੰ ਆਪਣੀ ਜ਼ਰੂਰਤਾਂ ਲਈ ਖਰਚ ਕਰਦੇ ਸਨ। ਕਿਵੇਂ? ਆਓ ਦੇਖਦੇ ਹਾਂ। ਪੰਜਾਬ ਦੇ ਇਸਲਾਮੀ ਸਮਾਜ ਵਿੱਚ ਕਈ ਵਰਗ ਸਨ। ਸਰਕਾਰੀ ਪ੍ਰਬੰਧਕੀ ਢਾਂਚੇ ਵਿੱਚ ਪਦ ਧਾਰਕ, ਖਾਨ ਅਤੇ ਮਲਿਕ ਆਦਿ ਲੋਧੀ ਸੁਲਤਾਨਾਂ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਸਥਾਨ ਰੱਖਦੇ ਸਨ। ਸੁਲਤਾਨਾਂ ਦੀ ਰੀਸੇ ਉਹ ਵੀ ਬਹੁਤ ਐਸ਼ਪ੍ਰਸਤੀ ਅਤੇ ਦਿਖਾਵੇ ਵਾਲੀ ਜ਼ਿੰਦਗੀ ਬਤੀਤ ਕਰਦੇ ਸਨ। ਉਹ ਆਪਣੀਆਂ ਫੌਜਾਂ, ਮਹਿਲਨੁਮਾ ਹਵੇਲੀਆਂ, ਨਰਤਕੀਆਂ ਮੀਨਸ ਨੱਚਣ ਵਾਲੀਆਂ, ਗੁਲਾਮ, ਗਾਇਕ ਅਤੇ ਹਸੰਦੜ ਚੁਟਕਲੇਬਾਜ਼ ਰੱਖਦੇ ਸਨ। ਉਹ ਕਈ ਵਿਆਹ ਕਰਦੇ ਸਨ ਅਤੇ ਆਪਣੀ ਸੇਵਾ ਦੇ ਲਈ ਔਰਤ ਅਤੇ ਮਰਦ ਗੁਲਾਮਾਂ ਨੂੰ ਰੱਖਦੇ ਸਨ। ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ, ਇਸ ਲਈ ਉਹ ਬੜੀ ਐਸ਼ਪ੍ਰਸਤੀ ਅਤੇ ਦੁਰਾਚਾਰੀ ਜੀਵਨ ਬਤੀਤ ਕਰਦੇ ਸਨ। ਉਹਨਾਂ ਨੂੰ ਜੋ ਇਲਾਕੇ ਦਿੱਤੇ ਜਾਂਦੇ ਸਨ, ਉਹਨਾਂ ਨੂੰ ਇਸ ਦੇ ਬਦਲੇ ਸੁਲਤਾਨ ਜਦੋਂ ਵੀ ਚਾਹੇ ਆਪਣੇ ਇਲਾਕੇ ਦਾ ਵਿਸਤਾਰ ਕਰਨਾ ਚਾਹੁੰਦਾ ਸੀ, ਸੁਲਤਾਨ ਦੇ ਨਾਲ ਜਾ ਕੇ ਲੜਾਈਆਂ ਲੜਨੀਆਂ ਪੈਂਦੀਆਂ ਸਨ। ਉਹ ਆਪਣੇ ਆਪ ਨੂੰ ਜੇਕਰ ਵੱਡਾ ਸਰਦਾਰ ਬਣਾਉਣਾ ਚਾਹੁੰਦੇ ਸਨ ਤੇ ਤਾਂ ਵੀ ਉਹ ਆਪਣੇ ਇਲਾਕੇ ਦਾ ਵਿਸਤਾਰ ਕਰਨ ਦੇ ਲਈ ਲੜਾਈਆਂ ਕਰਦੇ ਰਹਿੰਦੇ ਸਨ। ਉਹ ਇਸ ਤਰ੍ਹਾਂ ਇਸ ਲਈ ਵੀ ਕਰਦੇ ਸਨ ਕਿ ਦਿੱਲੀ ਦੇ ਤਖਤ ਨੂੰ ਆਪਣੀ ਦਾਅਵੇਦਾਰੀ ਪੇਸ਼ ਕਰ ਸਕਣ ਜਾਂ ਆਪਣਾ ਸੁਤੰਤਰ ਸ਼ਾਸਨ ਚਲਾ ਸਕਣ। ਪਰ ਉਹ ਆਪਣੇ ਇਲਾਕੇ ਦੀ ਬਿਹਤਰੀ ਲਈ ਕੋਈ ਵੀ ਕੰਮ ਨਹੀਂ ਸਨ ਕਰਦੇ। ਉਹ ਸਦਾ ਲੜਾਈਆਂ ਅਤੇ ਸਾਜ਼ਿਸ਼ਾਂ ਵਿੱਚ ਬਿਜ਼ੀ ਰਹਿੰਦੇ ਸਨ। ਆਪਣਾ ਧਾਰਮਿਕ ਵਿਸ਼ਵਾਸ ਪ੍ਰਗਟ ਕਰਨ ਲਈ ਉਹ ਮਸਜਿਦਾਂ ਬਣਵਾਉਂਦੇ ਅਤੇ ਉਲੇਮਾਵਾਂ ਤੇ ਦੇ ਵਿਦਵਾਨਾਂ ਨੂੰ ਅਤੇ ਧਾਰਮਿਕ ਵਿਅਕਤੀਆਂ ਨੂੰ ਸਜਦਾ ਮੀਨਸ ਝੁਕ ਕੇ ਨਮਸਕਾਰ ਕਰਦੇ ਸਨ। ਆਓ ਬੱਚੇ, ਹੁਣ ਅਸੀਂ ਆਪਣਾ ਅਗਲਾ ਪੁਆਇੰਟ ਪੜ੍ਹਦੇ ਹਾਂ, ਉਲੇਮਾ ਅਤੇ ਸੱਯਦ। ਮੁਸਲਮਾਨਾਂ ਦੀ ਧਾਰਮਿਕ ਜਮਾਤ ਵੀ ਅੱਗੇ ਸ਼੍ਰੇਣੀਆਂ ਵਿੱਚ ਵੰਡੀ ਹੋਈ ਸੀ। ਉਲੇਮਾ ਮੁਸਲਿਮ ਧਾਰਮਿਕ ਵਰਗ ਦੇ ਨੇਤਾ ਸਨ। ਉਹ ਲੋਕ ਅਰਬੀ ਅਤੇ ਧਾਰਮਿਕ ਸਾਹਿਤ ਦੇ ਉੱਘੇ ਵਿਦਵਾਨ ਹੁੰਦੇ ਸਨ। ਉਲੇਮਾ ਤੋਂ ਇਲਾਵਾ ਇੱਕ ਸ਼੍ਰੇਣੀ ਸੱਯਦਾਂ ਦੀ ਵੀ ਸੀ। ਉਹ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਮਾ ਦੀ ਸੰਤਾਨ ਮੰਨਦੇ ਸਨ। ਇਹਨਾਂ ਦਾ ਵੀ ਸਮਾਜ ਵਿੱਚ ਕਾਫੀ ਸਤਿਕਾਰ ਸੀ। ਉਪਰੋਕਤ ਦੋਹਾਂ ਵਰਗਾਂ ਦੇ ਲੋਕਾਂ ਨੂੰ ਮੁਸਲਮਾਨ ਕਾਨੂੰਨ ਦੇ ਵਿਦਵਾਨ ਅਤੇ ਧਾਰਮਿਕ ਆਗੂ ਮੰਨਿਆ ਜਾਂਦਾ ਸੀ। ਸ਼ੇਖ, ਮੁੱਲਾ ਅਤੇ ਕਾਜ਼ੀ ਵੀ ਧਾਰਮਿਕ ਸ਼੍ਰੇਣੀ ਵਿੱਚ ਆਉਂਦੇ ਸਨ। ਇਹ ਲੋਕ ਵੀ ਇਸਲਾਮੀ ਕਾਨੂੰਨ ਦੇ ਵਿਦਵਾਨ ਸਨ। ਇਹਨਾਂ ਨੂੰ ਵੀ ਇਸਲਾਮ ਦੇ ਧਾਰਮਿਕ ਆਗੂ ਮੰਨਿਆ ਜਾਂਦਾ ਸੀ। ਇਹ ਲੋਕਾਂ ਦੀ ਅਗਿਆਨਤਾ ਦਾ ਪੂਰਾ ਲਾਭ ਉਠਾਉਂਦੇ ਸਨ। ਕਾਜ਼ੀਆਂ ਨੂੰ ਨਿਆਂ ਕਰਨ ਦਾ ਕੰਮ ਦਿੱਤਾ ਹੋਇਆ ਸੀ। ਇਹਨਾਂ ਵਿੱਚੋਂ ਕਈ ਕਾਜ਼ੀ ਲਾਲਚੀ ਸਨ। ਆਓ ਇਸ ਪੁਆਇੰਟ ਨੂੰ ਹੁਣ ਅਸੀਂ ਵਿਸਤਾਰ ਨਾਲ ਸਮਝਦੇ ਹਾਂ। ਸਭ ਤੋਂ ਪਹਿਲਾਂ ਉਲੇਮਾ ਬਾਰੇ ਜਾਣਦੇ ਹਾਂ। ਸਾਰੇ ਮੁਸਲਮਾਨਾਂ ਨੂੰ ਇਹ ਵਿਸ਼ਵਾਸ ਸੀ ਕਿ ਸਿਰਫ ਅੱਲਾ ਇੱਕੋ ਇੱਕ ਪਰਮੇਸ਼ੁਰ ਹੈ ਅਤੇ ਹਜ਼ਰਤ ਮੁਹੰਮਦ ਉਸ ਦਾ ਰਸੂਲ ਅਰਥਾਤ ਪੈਗੰਬਰ ਜਾਂ ਈਸ਼ਵਰ ਦਾ ਦੂਤ ਹੈ। ਤੁਰਕਾਂ ਦੇ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਹੀ ਮੁਸਲਮਾਨਾਂ ਵਿੱਚ ਫਿਰਕੂ ਵੰਡ ਪੈ ਚੁੱਕੀ ਸੀ। ਉਹਨਾਂ ਦੇ ਦੋ ਪੁਰਾਣੇ ਫਿਰਕੇ ਸੁੰਨੀ ਅਤੇ ਸ਼ੀਆ ਪਹਿਚਾਨਣੇ ਆਸਾਨ ਸਨ। ਸੁੰਨੀ ਅਤੇ ਸੂਫੀ ਤੋਂ ਵੱਧ ਮਹੱਤਵਪੂਰਨ ਸਨ। ਸੁੰਨੀ ਉਲੇਮਾ ਨੇ ਪਰਮੇਸ਼ਵਰ ਅੱਲਾ ਦੇ ਇੱਕੋ ਇੱਕ ਹੋਣ ਦੇ ਸਿਧਾਂਤ ਨੂੰ ਮੰਨਿਆ ਅਤੇ ਪ੍ਰਚਾਰ ਕੀਤਾ। ਸੁੰਨੀ ਇਹ ਵਿਸ਼ਵਾਸ ਰੱਖਦੇ ਸਨ ਕਿ ਹਜ਼ਰਤ ਮੁਹੰਮਦ ਅੱਲਾ ਦੇ ਆਖਰੀ ਪੈਗੰਬਰ ਹਨ ਅਤੇ ਕੁਰਾਨ ਅਸਲ ਵਿੱਚ ਅੱਲਾ ਦੀ ਉਚਾਰੀ ਬਾਣੀ ਹੈ। ਉਹ ਫਰਿਸ਼ਤਿਆਂ, ਕਿਆਮਤ ਦਾ ਦਿਨ ਮੀਨ ਸੰਸਾਰ ਦਾ ਆਖਰੀ ਦਿਨ ਜਦੋਂ ਸਭ ਦੇ ਕਰਮਾਂ ਦਾ ਲੇਖਾ ਜੋਖਾ ਲਿਆ ਜਾਣਾ ਹੈ, ਸਵਰਗ, ਜੰਨਤ, ਨਰਕ, ਦੋਜ਼ਖ ਵਿੱਚ ਵਿਸ਼ਵਾਸ ਰੱਖਦੇ ਸਨ। ਉਹ ਪਹਿਲੇ 4 ਖਲੀਫਿਆਂ ਹਜ਼ਰਤ ਮੁਹੰਮਦ ਦੇ ਪ੍ਰਤੀਨਿਧੀ ਨੂੰ ਬਰਾਬਰ ਦਾ ਦਰਜਾ ਅਤੇ ਇੱਜ਼ਤ ਦਿੰਦੇ ਸਨ। 4 ਕਿਰਿਆਵਾਂ ਜਿਹੜੀਆਂ ਪਵਿੱਤਰਤਾ ਨੂੰ ਪ੍ਰਪੱਕ ਕਰਦੀਆਂ ਹਨ, ਹਰ ਰੋਜ਼ 5 ਵਾਰ ਨਮਾਜ਼ ਪੜ੍ਹਨਾ,
ਰਮਜ਼ਾਨ ਦੇ ਮਹੀਨੇ ਹਰ ਰੋਜ਼ ਰੋਜ਼ਾ ਮੀਨਸ ਵਰਤ ਰੱਖਣਾ, ਮੱਕੇ ਹਜ ਲਈ ਜਾਣਾ ਅਤੇ ਮੁਸਲਮਾਨ ਭਰਾਵਾਂ ਨੂੰ ਦਾਨ ਜ਼ਕਾਤ ਦੇਣਾ। ਇਸ ਲਈ ਉਲੇਮਾ ਨੂੰ ਇੰਨਾ ਸਨਮਾਨ ਪ੍ਰਾਪਤ ਸੀ। ਇਸ ਲਈ ਉਲੇਮਾ ਮੁਸਲਿਮ ਧਾਰਮਿਕ ਵਰਗ ਦੇ ਨੇਤਾ ਸਨ। ਉਹ ਲੋਕ ਅਰਬੀ ਅਤੇ ਧਾਰਮਿਕ ਸਾਹਿਤ ਦੇ ਵਿਦਵਾਨ ਸਨ। ਉਹਨਾਂ ਨੂੰ ਉਹਨਾਂ ਦੇ ਧਾਰਮਿਕ ਗ੍ਰੰਥ ਕੁਰਾਨ ਦੀ ਪੂਰੀ ਜਾਣਕਾਰੀ ਸੀ। ਅਨੇਕਾਂ ਉਲਮਾ ਰਾਜ ਵਿੱਚ ਨਿਆਏ ਕੰਮਾਂ ਵਿੱਚ ਲੱਗੇ ਹੋਏ ਸਨ। ਉਹ ਕਾਜ਼ੀਆਂ ਦੀ ਪਦਵੀਆਂ 'ਤੇ ਨਿਯੁਕਤ ਸਨ ਅਤੇ ਧਾਰਮਿਕ ਅਤੇ ਨਿਆਂ ਸੰਬੰਧੀ ਪਦਵੀਆਂ 'ਤੇ ਕੰਮ ਕਰਦੇ ਸਨ। ਹੁਣ ਅਸੀਂ ਮੁਸਲਮਾਨਾਂ ਦੀ ਦੂਜੀ ਸ਼੍ਰੇਣੀ ਸਈਦਾਂ ਦੇ ਬਾਰੇ ਵਿੱਚ ਜਾਣਦੇ ਹਾਂ। ਸਈਦ ਸ਼ੀਆ ਮੁਸਲਮਾਨ ਹਨ। ਸ਼ੀਆ ਵੀ ਕੁਰਾਨ ਨੂੰ ਅੱਲਾ ਦਾ ਸੰਦੇਸ਼ ਮੰਨਦੇ ਸਨ ਅਤੇ ਹਜ਼ਰਤ ਮੁਹੰਮਦ ਵੀ ਉਸ ਦਾ ਆਖਰੀ ਪੈਗੰਬਰ। ਪਰ ਉਹ ਪਹਿਲੇ 3 ਖਲੀਫਿਆਂ ਨੂੰ ਨਹੀਂ ਸਨ ਮੰਨਦੇ ਅਤੇ ਸਿਰਫ ਅਲੀ, ਜੋ ਹਜ਼ਰਤ ਮੁਹੰਮਦ ਦਾ ਜਵਾਈ ਸੀ, ਨੂੰ ਹੀ ਹਜ਼ਰਤ ਮੁਹੰਮਦ ਦਾ ਸੱਚਾ ਅਤੇ ਪਹਿਲਾ ਪ੍ਰਤੀਨਿਧ, ਜਿਸ ਨੂੰ ਕਿ ਉਹ ਇਮਾਮ ਕਹਿੰਦੇ ਸਨ, ਮੰਨਦੇ ਸਨ। ਉਹਨਾਂ ਦਾ ਵਿਸ਼ਵਾਸ ਸੀ ਕਿ 12ਵਾਂ ਇਮਾਮ ਮੁਹੰਮਦ ਅਲ ਮਹਦੀ, ਜੋ ਕਿ ਸੰਸਾਰ ਤੋਂ ਲੁਪਤ ਹੋ ਗਿਆ ਸੀ, ਉਹ ਸੰਸਾਰ ਵਿੱਚ ਨਿਆਂ ਅਤੇ ਸੱਚਾਈ ਬਹਾਲ ਕਰਨ ਲਈ ਫਿਰ ਪੈਦਾ ਹੋਵੇਗਾ। ਉਹਨਾਂ ਦਾ ਇਹ ਵੀ ਵਿਸ਼ਵਾਸ ਸੀ ਕਿ ਹੁਸੈਨ, ਜੋ ਕਿ ਅਲੀ ਦਾ ਪੁੱਤਰ ਹੈ, ਦੀ ਸ਼ਹੀਦੀ ਨੇ ਮੁਸਲਮਾਨਾਂ ਲਈ ਸਵਰਗ ਦੇ ਰਸਤੇ ਖੋਲ੍ਹ ਦਿੱਤੇ ਸਨ। ਇਸ ਵਿਸ਼ਵਾਸ 'ਤੇ ਆਧਾਰਿਤ ਸ਼ੀਆ ਲੋਕ ਹੁਸੈਨ ਦੀ ਸ਼ਹੀਦੀ ਦੀ ਯਾਦ ਵਿੱਚ ਹਰ ਸਾਲ ਤਾਜ਼ੀਆ ਜਲੂਸ ਕੱਢਣ ਅਤੇ ਉਸ ਵਿੱਚ ਡੂੰਘਾ ਸੋਗ ਮਨਾਉਣ ਨੂੰ ਬਹੁਤ ਮਹੱਤਵ ਦਿੰਦੇ ਸਨ। ਇਹਨਾਂ ਦਾ ਵੀ ਸਮਾਜ ਵਿੱਚ ਕਾਫੀ ਸਨਮਾਨ ਸੀ। ਉੱਪਰ ਲਿਖੇ ਦੋਨੇ ਵਰਗਾਂ ਤੋਂ ਇਲਾਵਾ ਲੋਕਾਂ ਦਾ ਮੁਸਲਮਾਨ ਕਾਨੂੰਨ ਦੇ ਵਿਦਵਾਨ ਅਤੇ ਧਾਰਮਿਕ ਨੇਤਾ ਮੰਨਿਆ ਜਾਂਦਾ ਸੀ। ਸ਼ੇਖ, ਮੁੱਲਾ ਅਤੇ ਕਾਜ਼ੀ ਵੀ ਧਾਰਮਿਕ ਸ਼੍ਰੇਣੀਆਂ ਵਿੱਚ ਹੀ ਆਉਂਦੇ ਸਨ। ਉਹ ਲੋਕਾਂ ਵਿੱਚ ਇਸਲਾਮਿਕ ਕਾਨੂੰਨ ਦੇ ਵਿਦਵਾਨ ਸਨ। ਉਹ ਲੋਕਾਂ ਦੀ ਅਗਿਆਨਤਾ ਦਾ ਪੂਰਾ ਲਾਭ ਚੁੱਕਦੇ ਸਨ। ਕਾਜ਼ੀਆਂ ਦਾ ਕੰਮ ਨਿਆਂ ਕਰਨਾ ਸੀ, ਪਰ ਉਹ ਅਕਸਰ ਲੋਕਾਂ ਦੀ ਅਗਿਆਨਤਾ ਦਾ ਲਾਭ ਚੁੱਕਦੇ ਸਨ ਅਤੇ ਅਮੀਰ ਲੋਕਾਂ ਨੂੰ ਜਾਂ ਵੱਡੇ ਲੋਕਾਂ ਨੂੰ ਫਾਇਦਾ ਦਿੰਦੇ ਸਨ। ਸਾਰੇ ਕਾਜ਼ੀ ਇਹੋ ਜਿਹਾ ਨਹੀਂ ਕਰਦੇ ਸਨ, ਪਰ ਲਾਲਚੀ ਕਾਜ਼ੀ ਇਸ ਤਰ੍ਹਾਂ ਹੀ ਕਰਦੇ ਸਨ। ਬੱਚੇ, ਅਸੀਂ ਮੁਸਲਿਮ ਸਮਾਜ ਦੀ ਸਮਾਜਿਕ ਅਵਸਥਾ ਬਾਰੇ ਦੇ ਬਾਕੀ ਪੁਆਇੰਟ ਨੈਕਸਟ ਟੌਪਿਕ ਵਿੱਚ ਡਿਸਕਸ ਕਰਾਂਗੇ। ਹੁਣ ਤੁਸੀਂ ਇਸ ਆਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਅਤੇ ਈ-ਬੁੱਕ ਦੇ ਪੇਜ ਨੰਬਰ 12-13 ਨੂੰ ਚੰਗੀ ਤਰ੍ਹਾਂ ਪੜ੍ਹ ਕੇ ਮੇਰੇ ਦੁਆਰਾ ਪੁੱਛੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਅਤੇ ਆਪਣੀਆਂ ਕਾਪੀਆਂ 'ਤੇ ਸਾਫ਼ ਲਿਖਣੇ ਹਨ। ਤੁਹਾਡੇ ਪ੍ਰਸ਼ਨ ਹਨ, ਪਹਿਲੇ 2 ਜੋ ਹਨ ਉਹ MCQ ਹਨ, ਫਿਰ 2 ਹਨ ਜੋ ਉਹ ਖਾਲੀ ਥਾਵਾਂ ਹਨ ਅਤੇ 5ਵਾਂ ਜੋ ਹੈ ਉਹ ਸਹੀ ਗਲਤ ਹੈ। ਪਹਿਲਾ, ਮੁਸਲਿਮ ਸਮਾਜ ਵਿੱਚ ਸਭ ਤੋਂ ਹੇਠਲੇ ਦਰਜੇ 'ਤੇ ਸਨ। ਇਸ ਦੇ 4 ਆਪਸ਼ਨਸ ਦਿੱਤੇ ਗਏ ਨੇ ਤੁਹਾਨੂੰ। ਜਿਹੜਾ ਸਹੀ ਹੈ ਤੁਸੀਂ ਉਸ 'ਤੇ ਟਿਕ ਕਰਨਾ ਹੈ। ਅਗਲਾ ਹੈ, ਨਿਆਂ ਸੰਬੰਧੀ ਕੰਮ ਕਰਦੇ ਸਨ। ਇਸ ਦੇ ਵੀ 4 ਆਪਸ਼ਨਸ ਨੇ, ਤੁਸੀਂ ਸਹੀ ਵਾਲੇ 'ਤੇ ਟਿਕ ਕਰਨਾ ਹੈ। ਅਗਲਾ ਹੈ, ਸਈਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਧੀ ਡੈਸ਼ ਦੀ ਸੰਤਾਨ ਮੰਨਦੇ ਸਨ। ਚੌਥਾ, ਮੁਸਲਿਮ ਅਮੀਰਾਂ ਦੁਆਰਾ ਪਹਿਨੀ ਜਾਂਦੀ ਤੁਰੇਦਾਰ ਪਗੜੀ ਨੂੰ ਡੈਸ਼ ਕਿਹਾ ਜਾਂਦਾ ਸੀ। ਨੈਕਸਟ ਹੈ, ਉਸ ਸਮੇਂ ਪਰਦੇ ਦਾ ਰਿਵਾਜ ਸੀ।